देखो मैनू बहुत खुशी महसूस हो रही है कि जिस दिन की भगवंत मान जी की पंजाब दे सरकार बनी है उस दिन तो ही बच्चों ਦੀਆਂ ਨੌਕਰੀਆਂ ਦਾ ਤੇ ਉਹਨਾਂ ਨੂੰ ਨੌਕਰੀ ਯੋਗ ਬਣਾਉਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਕਰ ਰਹੀ ਹੈ। ਇਸੇ ਤਹਿਤ ਸਾਡੇ ਡਿਪਾਰਟਮੈਂਟ ਐਮਪਲੋਇਮੈਂਟ ਜਨਰੇਸ਼ਨ ਤੇ ਸਕਿੱਲ ਡਿਵੈਲਪਮੈਂਟ ਨੇ ਐਸਓਚਐਮ ਦੇ ਸਹਿਯੋਗ ਦੇ ਨਾਲ ਇੱਕ ਸੈਂਟਰ ਆਫ ਐਕਸੀਲੈਂਸ ਜਿਹੜਾ ਉਹ ਫਗਵਾੜਾ ਦੇ ਇਸ ਰੂਰਲ ਬੈਲਟ ਦੇ ਵਿੱਚ ਖੋਲ੍ਹਿਆ ਜਿੱਥੇ 2 ਸਾਲਾਂ ਦੇ ਵਿੱਚ 2000 ਬੱਚਿਆਂ ਨੂੰ ਸਕਿੱਲ ਦਿੱਤਾ ਜਾਏਗਾ, ਹੁਨਰ ਦਿੱਤਾ ਜਾਏਗਾ। कई कोर्सिज ने जिन्हां दी अज पंजाब दी देश दी इंडस्ट्री नूं ज़रूरत है, पर पिछले लंबे समय दे विच पंजाब दी त्रासदी की रही कि पिछलियां सरकारां ने जो इंडस्ट्री नूं रिक्वायरमेंट सी जिस स्किल दी जिस हुनर दी ਉਹਦੇ ਵਿੱਚ और जिस तरीके ਦੇ स्टूडेंट्स पैदा हो रहे ਸੀਗੇ ਸਕੂਲਾਂ ਕਾਲਜਾਂ ਦੇ ਵਿੱਚੋਂ ਉਹਦੇ ਵਿੱਚ ਬਹੁਤ ਵੱਡਾ ਗੈਪ ਸੀਗਾ ਤੇ ਉਸੇ ਗੈਪ ਨੂੰ ਪੂਰਾ ਕਰਨ ਦੇ ਲਈ ਤਾਂ ਕਿ ਬੱਚਾ ਜਦੋਂ ਪੜ੍ਹਾਈ ਕਰਕੇ ਟ੍ਰੇਨਿੰਗ ਕਰਕੇ ਨਿਕਲੇ ਨਾਲ ਦੀ ਨਾਲ ਉਹਦੇ ਲਈ ਜੌਬ ਤਿਆਰ ਹੋਵੇ, ਨੌਕਰੀ ਤਿਆਰ ਹੋਵੇ, ਇਸ ਮਕਸਦ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ। ਔਰ ਉਸੇ ਲੜੀ ਦੇ ਤਹਿਤ ਐਸਓਚਐਮ ਦੀ ਐਸੋਸੀਏਸ਼ਨ ਦੇ ਨਾਲ ਰਾਮਗੜੀਆ ਇੰਸਟੀਚਿਊਟ ਦੇ ਵਿੱਚ ਇਹ ਸੈਂਟਰ ਆਫ ਐਕਸੀਲੈਂਸ ਜਿਹੜਾ ਉਹ ਸ਼ੁਰੂ ਕੀਤਾ। ਮੈਂ ਸਮਝਦਾ ਕਿ ਇੱਥੋਂ ਦੇ ਪੂਰੇ ਇਸ ਰੂਰਲ ਬੈਲਟ ਦੇ ਪੂਰੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਜਿਹੜਾ ਇਸ ਸੈਂਟਰ ਆਫ ਐਕਸੀਲੈਂਸ ਦੇ ਨਾਲ ਹੋਏਗਾ। सर लास्ट टाइम भी पिछले सरकार वेले भी रोजगार मेले जरूर लगे थे, जोड़े स्टूडेंट से बच्चे से बहुत उन्होंने उत्साह भी दिखाया तो पर जो रिस्पॉन्स मिला वो देखते हैं जी वो कमी कितों रही सी। देखो इस तरह है कि ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਦੀ ਤੁਸੀਂ ਗੱਲ ਕਰਦੇ ਹੋ ਉਹ ਰੋਜ਼ਗਾਰ ਮੇਲਾ ਤਾਂ ਸਿਰਫ ਨਾਮ ਦੇ ਮੇਲੇ ਸੀਗੇ, ਉਹ ਇਹਨਾਂ ਦੇ ਪੋਲੀਟੀਕਲ ਮੇਲੇ ਹੁੰਦੇ ਸੀਗੇ ਕਿਉਂਕਿ ਜਦੋਂ ਚੋਣਾਂ ਹੋ ਜਾਂਦੀਆਂ ਉਦੋਂ ਸਿਰਫ ਔਰ ਸਿਰਫ ਇੱਕ ਹਾਈਪ ਕ੍ਰੀਏਟ ਕਰਦੀ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਉਹੋ ਜਿਹੇ ਮੇਲੇ ਨੇ ਜਿਹੜੇ ਉਹ ਲੱਗਦੇ ਰਹੇ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ ਤੇ ਜਦੋਂ ਮੈਂ ਇਹ ਡਿਪਾਰਟਮੈਂਟ ਟੇਕ ਓਵਰ ਕੀਤਾ ਤੇ ਸਾਡੇ ਡਿਪਾਰਟਮੈਂਟ ਦੇ ਪੋਰਟਲ ਦੇ ਉੱਪਰ ਹੀ 18.5 ਲੱਖ ਬੱਚਾ ਜਿਹੜਾ ਉਹ ਰਜਿਸਟਰ ਹੁਣ ਤੱਕ ਪਿਛਲੀਆਂ ਸਰਕਾਰਾਂ ਦੇ ਸਮਿਆਂ ਦੇ ਵਿੱਚ ਹੋਇਆ ਪਿਆ ਸੀਗਾ, ਜਿਹਦੇ ਵਿੱਚ ਕਹਿੰਦੇ ਸੀ 18.5 ਲੱਖ ਸਾਡੇ ਕੋਲ ਬੱਚੇ ਤੇ ਇੰਨੇ ਹਜ਼ਾਰ ਇੰਡਸਟਰੀ ਹੈ। ਮੈਂ ਉਹਨਾਂ ਨੂੰ ਕਿਹਾ ਮੈਂ ਕਿ ਸਾਰਾ ਮੈਨੂੰ ਫਿਕਟੀਸ਼ੀਅਸ ਲੱਗਦਾ, ਜਾਲੀ ਲੱਗਦਾ, ਤੁਸੀਂ ਇਹਨਾਂ ਨੂੰ ਸਕਰੂਟਨਾਈਜ਼ ਕਰਨਾ ਸ਼ੁਰੂ ਕੀਤਾ। ਅਸੀਂ ਉਹਨਾਂ ਬੱਚਿਆਂ ਨੂੰ ਕਾਲਸ ਕਰਵਾਈਆਂ, ਰੈਂਡਮਲੀ ਮੈਸੇਜ ਡਲਵਾਏ, 3-3 4-4 ਮੈਸੇਜ ਤੋਂ ਬਾਅਦ ਉਹ ਡੇਟਾ ਜਿਹੜਾ ਐਕਚੁਅਲ ਸਹੀ ਡੇਟਾ ਜਿਹੜਾ ਉਹ ਤਕਰੀਬਨ 1,32,000 ਤੇ ਸਿਮਟ ਗਿਆ। ਇਸੇ ਤਰੀਕੇ ਦੇ ਨਾਲ ਇੰਡਸਟਰੀ ਦੀਆਂ ਬਿਨਾਂ ਪੁੱਛੇ ਬਿਨਾਂ ਦੱਸੇ ਕਿਸ ਚੀਜ਼ ਦੀ ਕਿਸ ਤਰ੍ਹਾਂ ਦੇ ਸਕਿੱਲ ਦੀ ਬੱਚਿਆਂ ਦੀ ਜ਼ਰੂਰਤ ਹੈ ਉਹ ਪੁੱਛਦੇ ਦੱਸਦੇ ਨਹੀਂ ਸੀਗੇ ਤੇ ਪੋਰਟਲ ਤੇ ਚੜ੍ਹਾ ਦਿੰਦੇ ਸੀਗੇ ਕਿ ਇੰਨੀ ਇੰਡਸਟਰੀ ਨੂੰ ਇੰਨੇ। ਹੁਣ ਮੈਂ ਪਿਛਲੇ ਦਿਨਾਂ ਦੇ ਵਿੱਚ 1.5 ਮਹੀਨਾ ਪਹਿਲਾਂ ਜਦੋਂ ਮੇਰੇ ਕੋਲ ਡਿਪਾਰਟਮੈਂਟ ਆਇਆ ਮੈਂ ਡਿਪਾਰਟਮੈਂਟ ਨੂੰ ਆਰਡਰਸ ਕੀਤੇ ਚਾਹੀਦਾ ਮੈਨੂੰ ਕਾਗਜ਼ੀ ਕੰਮ ਨਹੀਂ ਚਾਹੀਦਾ, ਮੈਨੂੰ ਤਾਂ ਪ੍ਰੈਕਟੀਕਲ ਕੰਮ ਚਾਹੀਦਾ ਤੇ ਉਸੇ ਮਕਸਦ ਦੇ ਨਾਲ ਅਸੀਂ ਆਪਦੇ ਆਫਿਸਰਸ ਨੂੰ ਇੰਡਸਟਰੀਆਂ ਦੇ ਵਿੱਚ ਭੇਜਿਆ ਤੇ ਇੰਡਸਟਰੀਆਂ ਦੇ ਵਿੱਚੋਂ ਅਸੀਂ ਐਕਚੁਅਲ ਇੰਡਸਟਰੀ ਦੀ ਕੀ ਰਿਕੁਆਇਰਮੈਂਟ ਔਰ ਕਿਸ ਸਕਿੱਲ ਦੀ ਰਿਕੁਆਇਰਮੈਂਟ ਹੈ ਉਹ ਅਸੀਂ ਆਲਮੋਸਟ ਹੈ ਜਿਹੜੀ ਫਰਸਟ ਫੇਜ਼ ਦੇ ਵਿੱਚ 1.5-1.25 ਮਹੀਨੇ ਜਿੰਨੀ ਹੋ ਸਕਦੀ ਸੀ ਅਸੀਂ ਉਹ ਤਿਆਰ ਕਰ ਲਈ ਹੈ। ਉਹ ਉਹਨਾਂ ਬੱਚਿਆਂ ਨੂੰ ਤੇ ਇੰਡਸਟਰੀ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣ ਦਾ ਕੋਈ ਬਹੁਤਾ ਅਸੀਂ ਇਹ ਨਹੀਂ ਹੱਲਾ ਗੁੱਲਾ ਨਹੀਂ ਕਰਨਾ ਜੀ ਕਿ ਇੰਡਸਟਰੀ ਨੇ ਰੱਖ ਆਪ ਹੀ ਲਿਆ, ਜ਼ਰੂਰਤ ਹੈ ਨਹੀਂ ਇਹ ਆਪਦੇ ਕਾਗਜ਼ਾਂ 'ਚੋਂ ਖਾਨਾ ਪੂਰਤੀ ਕਰੀ ਸੀ, ਉਹ ਕੰਮ ਨਹੀਂ ਚੱਲਣਾ ਹੈਗਾ। ਅਸੀਂ ਕੱਲੇ ਬੱਚੇ ਨੂੰ ਨੌਕਰੀ ਦਿਵਾਉਣ ਦੇ ਲਈ ਵਚਨਬੱਧ ਹਾਂ ਤੇ ਉਹਨਾਂ ਦੀ ਅੱਗੇ ਫੋਲੋਅਪ ਵੀ ਹੋਊਗਾ ਕਿ ਇੰਡਸਟਰੀ ਨੇ ਉਸ ਬੱਚੇ ਨੂੰ ਨੌਕਰੀ ਦਿੱਤੀ ਵੀ ਹੈ ਜਾਂ ਸਿਰਫ ਔਰ ਸਿਰਫ ਸਰਕਾਰੀ ਕਾਗਜ਼ਾਂ ਦਾ ਘਰ ਪੂਰਾ ਕਰਕੇ ਕੰਮ ਛੱਡਤਾ। ਸੋ ਅਸੀਂ ਪੁਰਾਣਾ ਕੰਮ ਸੀ ਜਿਹੜਾ ਜਾਲੀ ਜਿਹਾ ਕੰਮ ਸੀ ਜਿਹਦੇ ਸਰਕਾਰਾਂ ਕਰਦੀਆਂ ਸੀਗੀਆਂ ਉਹ ਬਿਲਕੁਲ ਖਤਮ ਕਰਤਾ, ਵਾਈਪ ਆਫ ਕਰਤਾ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਕਨਵਰਸ਼ਨ ਹੈ ਜਿਹੜੀ ਵੀ ਇੱਕ ਬੱਚਾ ਤਿਆਰ ਹੋਇਆ ਤੇ ਇੰਡਸਟਰੀ ਦੇ ਵਿੱਚ ਉਹਦੀ ਨੌਕਰੀ ਲੱਗਣ ਤੱਕ ਤੇ 3 ਜਾਂ 6 ਮਹੀਨੇ ਘੱਟੋ ਘੱਟ ਫੋਲੋਅਪ ਹੋਣ ਤੱਕ ਹੀ ਬੱਚਾ ਉੱਥੇ ਸੈਟਲ ਡਾਊਨ ਹੋ ਗਿਆ ਉਸ ਇੰਡਸਟਰੀ ਦੇ ਵਿੱਚ। ਜੇ ਸੈਟਲ ਡਾਊਨ ਹੋ ਗਿਆ ਤੇ ਫਿਰ ਦੈਟ ਮੀਨਸ ਜਦੋਂ ਤੱਕ ਉਹਨੂੰ ਕੋਈ ਹੋਰ ਬੈਟਰ ਓਪਰਚੁਨਿਟੀ ਨਹੀਂ ਮਿਲਦੀ ਉਦੋਂ ਤੱਕ ਉਹ ਬੱਚੇ ਨੇ ਛੱਡ ਕੇ ਨਹੀਂ ਜਾਣਾ ਹੈਗਾ। ਸੋ ਇਸ ਕਰਕੇ ਪਿਛਲੀਆਂ ਸਰਕਾਰਾਂ ਨੇ ਜੇ ਘਰ ਬੈਠੀ ਜਾਲੀ ਕੰਮ ਕੀਤੇ ਤੇ ਅੱਜ ਤਾਂ ਹੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾਤਾ। ਸਰ ਸੀਐਮ ਸਾਹਿਬ ਨੇ 31 ਮਈ ਤੱਕ ਦਾ ਚੰਨੀ ਸਾਹਿਬ ਨੂੰ टाइम दिता है जन तक तो वो कहते जी फिर समा क्यों दिता जा रहा है, जो मैं दोषी हाँ मेरे खिलाफ एफ आई आर दर्ज करके मैं चलो कोई गल नहीं जी इन्नी की गल चन्नी साहब 4 दिन रहे 31 तरीक तक वेट कर लेना तो जो नवी पार्लीमेंट का जोड़ा रेट का काफ़ी है वो लैके जो पटिशन भी पाई हुई है। देखो मैं समझदा कि यह बहुत अनफॉर्चुनेट है कि डेमोक्रेसी दे विच पार्लीमेंट नूं देश की सब तो वड्डी पंचायत सब तो वड्डा मंदिर है जो डेमोक्रेसी का वो मन्निया जाता है
ਤੇ ਉਸ ਮੰਦਿਰ ਦੇ ਡੈਮੋਕ੍ਰੇਸੀ ਦੇ ਉਸ ਮੰਦਿਰ ਦੇ ਵਿੱਚ ਵੀ ਜੇ ਤੁਸੀਂ ਇਸ ਤਰੀਕੇ ਦੀ ਸੋਚ ਰੱਖੋਗੇ ਕਿ ਇੱਥੇ ਤਾਂ ਸਿਰਫ ਔਰ ਸਿਰਫ ਸਾਡਾ ਹੀ ਕਬਜ਼ਾ ਹੋਊਗਾ ਤੇ ਉਹ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ। ਜਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਕਿ ਫਰਸਟ ਪਰਸਨ ਆਫ ਦਾ ਕੰਟਰੀ ਨੇ, ਫਰਸਟ ਲੇਡੀ ਆਫ ਦਾ ਨੇਸ਼ਨ ਨੇ, ਉਹਨਾਂ ਨੂੰ ਮੈਂ ਸਮਝਦਾ ਕਿ ਇਹ ਆਨਰਸ ਨੇ ਜਿਹੜੇ ਉਹ ਦੇਣੇ ਚਾਹੀਦੇ ਸੀਗੇ ਸੈਂਟਰਲ ਗਵਰਨਮੈਂਟ ਵੱਲੋਂ ਔਰ ਬੀਜੇਪੀ ਵੱਲੋਂ। ਇਹੋ ਜਿਹਾ ਨਾ ਕਰਕੇ ਸਿਰਫ ਔਰ ਸਿਰਫ ਰਾਸ਼ਟਰਪਤੀ ਮੈਡਮ ਦੇ ਅਹੁਦੇ ਦੀ ਤੋਹੀਨ ਕਰਨਾ ਹੀ ਨਹੀਂ, ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਨਾਲ, ਲੋਕਤੰਤਰ ਦੇ ਨਾਲ ਵੀ ਇੱਕ ਭੱਦਾ ਮਜ਼ਾਕ ਹੈ ਜਿਹੜਾ ਉਹ ਕੀਤਾ ਜਾ ਰਿਹਾ, ਨਹੀਂ ਹੋਣਾ ਚਾਹੀਦਾ ਸੀਗਾ। 1 ਸਾਲ ਪੂਰਾ ਹੋਇਆ ਐਂਟੀ ਕਰਪਸ਼ਨ ਜਿਹੜੀ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਸੀਗੀ। ਖਹਿਰਾ ਸਾਹਿਬ ਨੇ ਸਵਾਲ ਚੱਕਿਆ ਜੀ ਉਹਦੇ ਉੱਪਰ, ਕਹਿੰਦੇ ਜੀ 2,30,000 ਤੱਕ ਕਰੀਬ ਜਿਹੜੀ ਕੰਪਲੇਂਟ ਆਈ ਹੈ, ਪਰ ਮਾਮਲੇ ਜਿਹੜੇ 20,000